ਦੀਪਕ ਨੇ ਦੇਖਿਆ ਕਿ ਘਰ ਦੇ ਨੇੜਲੇ ਤਲਾਬ ਵਿਚਲੀਆਂ ਮੱਛੀਆਂ ਮਰ ਰਹੀਆਂ ਹਨ। ਇਸ ਦਾ ਕਾਰਨ ਤਲਾਬ ਵਿੱਚ ਲੋਕਾਂ ਦੁਆਰਾ ਸੁੱਟਿਆ ਜਾਂਦਾ ਕੂੜਾ ਕਰਕਟ ਹੈ। ਇਸ ਲਈ ਦੀਪਕ ਨੇ ਸੋਚਿਆ ਕਿ ਜੀਵਨ ਦੀ ਹੋਂਦ ਨੂੰ ਬਚਾਉਣ ਲਈ ਕੂੜੇ ਕਰਕਟ ਦੀ ਸੰਭਾਲ ਅਤੇ ਨਿਪਟਾਰੇ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਹੈ। ਆਓ ਬੱਚਿਓ, ਇਹ ਜਾਣੀਏ ਕਿ ਕੂੜੇ ਕਰਕਟ ਦਾ ਨਿਪਟਾਰਾ ਕਿਵੇਂ ਹੁੰਦਾ ਹੈ। ਸਾਡੇ ਰੋਜ਼ਾਨਾ ਦੇ ਕੰਮਾਂ ਕਾਰਾਂ ਤੋਂ ਬਹੁਤ ਤਰ੍ਹਾਂ ਦਾ ਕੂੜਾ ਕਰਕਟ ਪੈਦਾ ਹੁੰਦਾ ਹੈ। ਫਾਲਤੂ ਜਾਂ ਵਰਤੋਂ ਵਿੱਚ ਨਾ ਆਉਣ ਵਾਲੇ ਸਮਾਨ ਨੂੰ ਅਸੀਂ ਕੂੜਾ ਕਰਕਟ ਆਖਦੇ ਹਾਂ, ਜਿਵੇਂ ਘਰਾਂ ਵਿਚਲਾ ਕੂੜਾ, ਮਲ ਪ੍ਰਵਾਹ, ਉਦਯੋਗਾਂ ਤੋਂ ਵਿਅਰਥ ਪਦਾਰਥ, ਪੈਕਿੰਗ ਦੀਆਂ ਵਸਤਾਂ, ਟੁੱਟੇ ਭੱਜੇ ਵਾਹਨ, ਪੁਰਾਣੇ ਟੀਵੀ, ਪਾਰਕਾਂ ਵਿਚਲਾ ਕੂੜਾ, ਪੁਰਾਣੇ ਟਿਨ ਦੇ ਡੱਬੇ ਆਦਿ। ਕੂੜਾ ਕਰਕਟ ਦੋ ਕਿਸਮਾਂ ਦਾ ਹੁੰਦਾ ਹੈ, ਜੈਵ ਵਿਘਟਨਸ਼ੀਲ ਅਤੇ ਜੈਵ ਅਵਿਘਟਨਸ਼ੀਲ। ਫਲਾਂ ਸਬਜ਼ੀਆਂ ਦੇ ਛਿਲਕੇ ਆਦਿ ਜੈਵ ਵਿਘਟਨਸ਼ੀਲ ਕਚਰਾ ਹਨ, ਜਦੋਂ ਕਿ ਪਲਾਸਟਿਕ, ਗਲਾਸ, ਟਿਨ ਆਦਿ ਅਜਿਹੀਆਂ ਵਸਤਾਂ ਜੈਵ ਅਵਿਘਟਨਸ਼ੀਲ ਕਚਰੇ ਵਿੱਚ ਸ਼ਾਮਿਲ ਹਨ। ਬੱਚਿਓ, ਜਦੋਂ ਵੀ ਅਸੀਂ ਕੋਈ ਫਲ ਜਾਂ ਸਬਜ਼ੀ ਛਿੱਲਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਇਹਨਾਂ ਛਿਲਕਿਆਂ ਨੂੰ ਕੂੜੇਦਾਨ ਵਿੱਚ ਪਾਈਏ। ਖੁੱਲ੍ਹੇ ਵਿੱਚ ਪਿਆ ਕੂੜਾ ਮੱਖੀਆਂ ਮੱਛਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਅਤੇ ਇਸ ਨਾਲ ਬਿਮਾਰੀਆਂ ਫੈਲਦੀਆਂ ਹਨ। ਆਓ ਹੁਣ ਕੂੜੇ ਕਰਕਟ ਦੇ ਨਿਪਟਾਰੇ ਦੇ ਵੱਖ-ਵੱਖ ਢੰਗਾਂ ਬਾਰੇ ਚਰਚਾ ਕਰੀਏ। ਅਸੀਂ ਇੱਥੇ ਕੂੜੇ ਕਰਕਟ ਨੂੰ ਨਿਪਟਾਉਣ ਦੇ 3 ਤਰੀਕਿਆਂ ਬਾਰੇ ਪੜਾਂਗੇ: ਕੰਪੋਸਟਿੰਗ, ਵਰਮੀ ਕੰਪੋਸਟਿੰਗ ਅਤੇ ਕਾਗਜ਼ ਦਾ ਮੁੜ ਉਤਪਾਦਨ। ਆਓ ਹੁਣ ਇੱਕ-ਇੱਕ ਕਰਕੇ ਇਹਨਾਂ ਤਰੀਕਿਆਂ ਬਾਰੇ ਜਾਣੀਏ। ਕੰਪੋਸਟਿੰਗ। ਸਫਾਈ ਕਰਮਚਾਰੀ ਕੂੜਾ ਇਕੱਠਾ ਕਰਕੇ ਟਰੱਕਾਂ ਦੁਆਰਾ ਨੀਵੇਂ ਖੁੱਲ੍ਹੇ ਖੇਤਰਾਂ ਵਿੱਚ, ਜਿੱਥੇ ਡੂੰਘੇ ਟੋਏ ਹੁੰਦੇ ਹਨ, ਉੱਥੇ ਲੈ ਜਾਂਦੇ ਹਨ। ਇਹਨਾਂ ਖੁੱਲ੍ਹੇ ਖੇਤਰਾਂ ਨੂੰ ਭਰਾਵ ਖੇਤਰ ਕਿਹਾ ਜਾਂਦਾ ਹੈ। ਭਰਾਵ ਖੇਤਰ ਵਿੱਚ ਕੂੜੇ ਕਰਕਟ ਨੂੰ ਵਰਤੋਂਯੋਗ ਅਤੇ ਨਾ ਵਰਤੋਂਯੋਗ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਨਾ ਵਰਤੋਂਯੋਗ ਭਾਗ ਨੂੰ ਭਰਾਵ ਖੇਤਰ ਵਿੱਚ ਫੈਲਾ ਕੇ ਮਿੱਟੀ ਦੀ ਪਰਤ ਨਾਲ ਢੱਕ ਦਿੱਤਾ ਜਾਂਦਾ ਹੈ। ਕੂੜੇ ਕਰਕਟ ਦੇ ਵਰਤੋਂਯੋਗ ਹਿੱਸੇ ਦੇ ਨਿਪਟਾਰੇ ਲਈ ਭਰਾਵ ਖੇਤਰਾਂ ਦੇ ਨੇੜੇ ਹੀ ਕੰਪੋਸਟ ਬਣਾਉਣ ਵਾਲੇ ਖੇਤਰ ਵਿਕਸਿਤ ਕਰ ਲਏ ਜਾਂਦੇ ਹਨ। ਬੱਚਿਓ, ਕੰਪੋਸਟ ਕੀ ਹੈ? ਕੰਪੋਸਟ ਕਾਲੇ ਰੰਗ ਦਾ ਪਦਾਰਥ ਹੁੰਦਾ ਹੈ ਜੋ ਕੂੜੇ ਕਰਕਟ ਦੇ ਪੂਰੀ ਤਰ੍ਹਾਂ ਗਲਣ ਸੜਨ ਨਾਲ ਬਣਦਾ ਹੈ ਅਤੇ ਇਸ ਦੀ ਕੋਈ ਬਦਬੂ ਨਹੀਂ ਹੁੰਦੀ। ਕੰਪੋਸਟ ਇੱਕ ਕਿਸਮ ਦੀ ਖਾਦ ਹੈ ਜਿਸ ਦਾ ਉਪਯੋਗ ਪੌਦਿਆਂ ਲਈ ਕੀਤਾ ਜਾਂਦਾ ਹੈ। ਕੁਝ ਪਦਾਰਥਾਂ ਦੇ ਗਲ ਸੜ ਕੇ ਖਾਦ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਕੰਪੋਸਟਿੰਗ ਕਿਹਾ ਜਾਂਦਾ ਹੈ। ਵਰਮੀ ਕੰਪੋਸਟਿੰਗ। ਕੰਪੋਸਟਿੰਗ ਦੀ ਇੱਕ ਕਿਸਮ ਵਰਮੀ ਕੰਪੋਸਟਿੰਗ ਹੈ। ਬੱਚਿਓ, ਗੰਡੋਏ ਨੂੰ ਕਿਸਾਨਾਂ ਦੇ ਮਿੱਤਰ ਜੀਵ ਵੀ ਕਿਹਾ ਜਾਂਦਾ ਹੈ। ਆਓ ਇਹ ਪਤਾ ਲਗਾਈਏ ਕਿ ਗੰਡੋਏ ਦੀ ਇੱਕ ਪ੍ਰਜਾਤੀ ਲਾਲ ਗੰਡੋਏ ਕੰਪੋਸਟਿੰਗ ਵਿੱਚ ਕਿਵੇਂ ਉਪਯੋਗੀ ਹਨ। ਲਾਲ ਗੰਡੋਏ ਦੀ ਮਦਦ ਨਾਲ ਕੰਪੋਸਟ ਬਣਾਉਣ ਦੀ ਇਸ ਵਿਧੀ ਨੂੰ ਵਰਮੀ ਕੰਪੋਸਟਿੰਗ ਆਖਦੇ ਹਨ। ਲਾਲ ਗੰਡੋਏ ਦੇ ਦੰਦ ਨਹੀਂ ਹੁੰਦੇ। ਇਹਨਾਂ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ
ਸੰਰਚਨਾ ਹੁੰਦੀ ਹੈ ਜਿਸ ਨੂੰ ਪੋਟਾ ਜਾਂ ਗਿਜ਼ਰਡ ਆਖਦੇ ਹਨ, ਜੋ ਭੋਜਨ ਨੂੰ ਪੀਸਣ ਵਿੱਚ ਇਸ ਦੀ ਮਦਦ ਕਰਦਾ ਹੈ। ਲਾਲ ਗੰਡੋਏ ਬਹੁਤ ਗਰਮ ਜਾਂ ਠੰਡੇ ਵਾਤਾਵਰਣ ਵਿੱਚ ਜਿਉਂਦੇ ਨਹੀਂ ਰਹਿ ਸਕਦੇ। ਉਹਨਾਂ ਨੂੰ ਆਪਣੇ ਆਲੇ ਦੁਆਲੇ ਨਮੀ ਦੀ ਲੋੜ ਹੁੰਦੀ ਹੈ। ਆਓ ਹੁਣ ਵਰਮੀ ਕੰਪੋਸਟਿੰਗ ਨੂੰ ਇੱਕ ਕਿਰਿਆ ਰਾਹੀਂ ਸਮਝੀਏ। ਮੈਦਾਨ ਵਿੱਚ ਇੱਕ ਟੋਆ ਪੁੱਟੀਏ ਜਾਂ ਕੋਈ ਲੱਕੜੀ ਦਾ ਬਕਸਾ ਕਿਸੇ ਅਜਿਹੇ ਸਥਾਨ ਤੇ ਰੱਖੀਏ ਜੋ ਨਾ ਤਾਂ ਬਹੁਤ ਗਰਮ ਹੋਵੇ ਅਤੇ ਨਾ ਹੀ ਠੰਡਾ। ਟੋਏ ਜਾਂ ਬਕਸੇ ਦੇ ਤਲ ਤੇ ਇੱਕ ਜਾਲ ਜਾਂ ਮੁਰਗਾ ਜਾਲੀ ਵਿਛਾ ਦਿਓ। ਜਾਲੀ ਦੇ ਉੱਪਰ ਹਰੇ ਪੱਤਿਆਂ, ਪੌਦਿਆਂ ਦੀਆਂ ਸੁੱਕੀਆਂ ਡੰਡੀਆਂ ਦੇ ਟੁਕੜੇ ਜਾਂ ਤੂੜੀ ਵੀ ਵਿਛਾ ਸਕਦੇ ਹੋ। ਥੋੜਾ ਪਾਣੀ ਛਿੜਕ ਕੇ ਇਸ ਪਰਤ ਨੂੰ ਗਿੱਲਾ ਕਰ ਦਿਓ। ਹੁਣ ਕੁਝ ਲਾਲ ਗੰਡੋਏ ਟੋਏ ਵਿੱਚ ਰੱਖੋ ਅਤੇ ਇਹਨਾਂ ਨੂੰ ਜੂਟ ਦੀ ਬੋਰੀ, ਪੁਰਾਣੀ ਚਾਦਰ ਜਾਂ ਘਾਹ ਨਾਲ ਹਲਕਾ ਜਿਹਾ ਢੱਕ ਦਿਓ। ਹੁਣ ਟੋਏ ਵਿੱਚ ਫਲ ਅਤੇ ਸਬਜ਼ੀਆਂ ਦੀ ਰਹਿੰਦ ਖੂੰਹਦ, ਬਚੀ ਹੋਈ ਚਾਹ ਪੱਤੀ, ਵਾਧੂ ਪੌਦੇ ਜਾਂ ਨਦੀਨ ਪਾ ਦਿਓ। ਕੁਝ ਦਿਨਾਂ ਪਿੱਛੋਂ ਟੋਏ ਵਾਲੇ ਪਦਾਰਥਾਂ ਨੂੰ ਹੌਲੀ-ਹੌਲੀ ਹਿਲਾਉਂਦੇ ਰਹੋ। 3-4 ਹਫ਼ਤਿਆਂ ਬਾਅਦ ਟੋਏ ਵਿੱਚ ਮਿੱਟੀ ਵਰਗਾ ਪੋਲਾ ਪਦਾਰਥ ਦਿਖਾਈ ਦਿੰਦਾ ਹੈ। ਇਹ ਤੁਹਾਡਾ ਵਰਮੀ ਕੰਪੋਸਟ ਹੈ। ਇਸ ਉੱਤਮ ਵਰਮੀ ਕੰਪੋਸਟ ਨੂੰ ਤੁਸੀਂ ਆਪਣੇ ਬਗੀਚਿਆਂ, ਗਮਲਿਆਂ ਜਾਂ ਖੇਤਾਂ ਵਿੱਚ ਪਾ ਸਕਦੇ ਹੋ। ਆਓ ਬੱਚਿਓ, ਕਾਗਜ਼ ਦੇ ਮੁੜ ਉਪਯੋਗ ਲਈ ਇੱਕ ਕਿਰਿਆ ਕਰੀਏ। ਇਸ ਦੇ ਲਈ ਸਾਨੂੰ ਕਾਗਜ਼ ਦੇ ਟੁਕੜੇ, ਅਖਬਾਰਾਂ, ਖਾਲੀ ਵਰਤੇ ਹੋਏ ਲਿਫਾਫੇ ਅਤੇ ਵਰਤੀਆਂ ਹੋਈਆਂ ਕਾਪੀਆਂ ਦੀ ਲੋੜ ਹੈ। ਇਸ ਦੇ ਲਈ ਸਾਨੂੰ ਜਾਲੀਦਾਰ ਲੰਬੇ ਟੁਕੜੇ ਦੀ ਜ਼ਰੂਰਤ ਵੀ ਪਵੇਗੀ। ਅਸੀਂ ਇਸ ਜਾਲੀਦਾਰ ਟੁਕੜੇ ਦੀ ਜਗ੍ਹਾ ਤੇ ਛਾਨਣੀ ਦੀ ਵਰਤੋਂ ਵੀ ਕਰ ਸਕਦੇ ਹਾਂ। ਵਰਤੇ ਹੋਏ ਕਾਗਜ਼ਾਂ ਦੇ ਕੁਝ ਟੁਕੜੇ ਲਓ। ਇਹਨਾਂ ਨੂੰ ਪਾਣੀ ਦੀ ਬਾਲਟੀ ਜਾਂ ਟੱਬ ਵਿੱਚ ਪਾਓ। ਇੱਕ ਦਿਨ ਲਈ ਇਹਨਾਂ ਕਾਗਜ਼ ਦੇ ਟੁਕੜਿਆਂ ਨੂੰ ਇਸੇ ਤਰ੍ਹਾਂ ਪਾਣੀ ਵਿੱਚ ਭਿੱਜੇ ਰਹਿਣ ਦਿਓ। ਤੁਸੀਂ ਦੇਖੋਗੇ ਕਿ ਕਾਗਜ਼ ਦਾ ਇੱਕ ਪੇਸਟ ਦੀ ਤਰ੍ਹਾਂ ਪਦਾਰਥ ਬਣ ਗਿਆ ਹੈ। ਹੁਣ ਇਸ ਪੇਸਟ ਨੂੰ ਛਾਨਣੀ ਵਿੱਚ ਫੈਲਾਓ। ਛਾਨਣੀ ਵਿੱਚ ਇਸ ਪੇਸਟ ਦੀ ਇੱਕੋ ਜਿਹੀ ਮੋਟਾਈ ਵਾਲੀ ਤਹਿ ਬਣਾਓ। ਉਨੀ ਦੇਰ ਤੱਕ ਇੰਤਜ਼ਾਰ ਕਰੋ ਜਿੰਨੀ ਦੇਰ ਸਾਰਾ ਪਾਣੀ ਹੇਠਾਂ ਨਾ ਨਿਕਲ ਜਾਵੇ। ਹੁਣ ਇਸ ਪੇਸਟ ਦੀ ਤਹਿ ਨੂੰ ਛਾਨਣੀ ਵਿੱਚੋਂ ਬਾਹਰ ਕੱਢੋ ਅਤੇ ਇਸ ਨੂੰ ਕਿਸੇ ਮੇਜ਼ ਉੱਤੇ ਅਖਬਾਰ ਵਿਛਾ ਕੇ ਧੁੱਪ ਵਿੱਚ ਰੱਖੋ। ਅਖਬਾਰ ਨੂੰ ਮੇਜ਼ ਉੱਤੇ ਪਿੰਨਾਂ ਨਾਲ ਪੱਕੀ ਤਰ੍ਹਾਂ ਟਿਕਾ ਦਿਓ ਤਾਂ ਕਿ ਅਖਬਾਰ ਮੁੜ ਕੇ ਸਾਡੇ ਪੇਸਟ ਦੀ ਤਹਿ ਨੂੰ ਖਰਾਬ ਨਾ ਕਰ ਸਕੇ। ਇਸ ਪੇਸਟ ਨੂੰ ਇਸੇ ਤਰ੍ਹਾਂ ਧੁੱਪ ਵਿੱਚ ਸੁੱਕਣ ਦਿਓ। ਤੁਸੀਂ ਪੇਸਟ ਬਣਾਉਣ ਸਮੇਂ ਹਰੇ ਪੱਤੇ, ਰੰਗਦਾਰ ਕਾਗਜ਼ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਵਾਲਾ ਰੰਗਦਾਰ ਕਾਗਜ਼ ਪ੍ਰਾਪਤ ਹੋ ਜਾਵੇ। ਆਓ ਬੱਚਿਓ, ਹੁਣ ਜੈਵ ਅਵਿਘਟਨਸ਼ੀਲ ਕੂੜੇ ਕਰਕਟ ਦੇ ਨਿਪਟਾਰੇ ਬਾਰੇ ਚਰਚਾ ਕਰੀਏ। ਖਿਡੌਣੇ, ਜੁੱਤੀਆਂ, ਥੈਲੇ, ਪੈਨ, ਕੰਘੇ, ਦੰਦਾਂ ਦੇ ਬੁਰਸ਼, ਬਾਲਟੀ, ਬੋਤਲਾਂ ਆਦਿ ਪਲਾਸਟਿਕ ਦੇ ਬਣੇ ਹੁੰਦੇ ਹਨ। ਪਲਾਸਟਿਕ ਜੈਵ ਅਵਿਘਟਨਸ਼ੀਲ ਪਦਾਰਥ ਹੈ ਜੋ ਆਸਾਨੀ ਨਾਲ ਗਲਦਾ ਨਹੀਂ। ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਪਲਾਸਟਿਕ ਦਾ ਨਿਪਟਾਰਾ ਸੰਭਵ ਨਹੀਂ ਹੈ। ਜੇਕਰ ਅਸੀਂ ਪਲਾਸਟਿਕ ਨੂੰ ਜਲਾਉਂਦੇ ਹਾਂ ਤਾਂ ਕਈ ਕਿਸਮਾਂ ਦੀਆਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ।
ਇੱਧਰ ਉੱਧਰ ਸੁੱਟੇ ਪਲਾਸਟਿਕ ਦੇ ਲਿਫਾਫਿਆਂ ਨਾਲ ਗੰਦਗੀ ਫੈਲਦੀ ਹੈ ਅਤੇ ਜੇ ਕੋਈ ਜਾਨਵਰ ਇਹਨਾਂ ਲਿਫਾਫਿਆਂ ਨੂੰ ਖਾ ਲਵੇ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ। ਸਿਰਫ ਇੰਨਾ ਹੀ ਨਹੀਂ, ਇਹ ਲਿਫਾਫੇ ਕਈ ਵਾਰ ਨਾਲੀਆਂ ਵਿੱਚ ਫਸ ਕੇ ਨਾਲੀਆਂ ਨੂੰ ਜਾਮ ਵੀ ਕਰ ਦਿੰਦੇ ਹਨ। ਪਲਾਸਟਿਕ ਦੇ ਲੋੜ ਤੋਂ ਵੱਧ ਉਪਯੋਗ ਨੂੰ ਘੱਟ ਕਰਨ ਲਈ ਅਤੇ ਇਸ ਦੇ ਕੂੜੇ ਦੇ ਨਿਪਟਾਰੇ ਲਈ ਅਸੀਂ ਕੁਝ ਕਦਮ ਚੁੱਕ ਸਕਦੇ ਹਾਂ, ਜਿਵੇਂ ਪਲਾਸਟਿਕ ਦੇ ਲਿਫਾਫਿਆਂ ਦਾ ਉਪਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਸੰਭਵ ਹੋਵੇ ਇਹਨਾਂ ਲਿਫਾਫਿਆਂ ਦਾ ਮੁੜ ਉਪਯੋਗ ਕਰਨਾ ਚਾਹੀਦਾ ਹੈ। ਦੁਕਾਨਦਾਰਾਂ ਨੂੰ ਕਾਗਜ਼ ਦੇ ਲਿਫਾਫੇ ਵਰਤਣ ਤੇ ਜ਼ੋਰ ਦਿਓ। ਖਰੀਦਦਾਰੀ ਲਈ ਕੱਪੜੇ ਜਾਂ ਜੂਟ ਦਾ ਥੈਲਾ ਵਰਤੋ। ਖਾਣ ਪੀਣ ਦੀਆਂ ਵਸਤਾਂ ਨੂੰ ਵੀ ਪਲਾਸਟਿਕ ਦੇ ਲਿਫਾਫਿਆਂ ਵਿੱਚ ਨਾ ਰੱਖੋ। ਉਪਯੋਗ ਪਿੱਛੋਂ ਲਿਫਾਫਿਆਂ ਨੂੰ ਇੱਧਰ ਉੱਧਰ ਸੁੱਟ ਕੇ ਗੰਦਗੀ ਨਹੀਂ ਫੈਲਾਉਣੀ ਚਾਹੀਦੀ। ਪਲਾਸਟਿਕ ਦੀਆਂ ਵਸਤਾਂ ਨੂੰ ਜਲਾਉਣ ਤੋਂ ਗੁਰੇਜ਼ ਕਰੋ ਤਾਂ ਜੋ ਸਾਡਾ ਵਾਤਾਵਰਣ ਦੂਸ਼ਿਤ ਨਾ ਹੋਵੇ।